ਆਊਜ਼ੁबिल्लाहि मिनश्शैतानिर्रजीम बिस्मिल्लाहिर्रहमानिर्रहीम। नाज़रीन तुसी प्रोग्राम वेख रहे हो साडा। ਅਸੀਂ प्रोग्राम ਦਾ ਨਾਂ ਰੱਖਿਆ ਸ਼ੁਗਲ ਦਾ ਸ਼ੁਗਲ ਤੇ ਗੱਲ ਦੀ ਗੱਲ। ਗੱਲ ਇਹ ਵੀ ਸਿਆਣੇ ਕਹਿੰਦੇ ਨੇ ਕਿ ਗੱਲਾਂ ਨਾਲ ਗੱਲ ਕਰੀਏ ਤੇ ਗੱਲ ਵੱਧ ਜਾਂਦੀ ਹੈ ਤੇ ਗੱਲ ਦੀ ਵਜ੍ਹਾ ਤੋਂ ਗੱਲ ਸਮਝ ਵੀ ਆ ਜਾਂਦੀ ਹੈ। ਤੇ ਇਹ ਸ਼ੁਗਲ ਜਿਹੜੀਆਂ ਗੱਲਾਂ ਸਿਖਾਈਆਂ ਜਾਂਦੀਆਂ ਨਾ ਉਹ ਬੜੀ ਦੇਰ ਤੱਕ ਲੋਕਾਂ ਦੇ ਕੰਮ ਆਉਂਦੀਆਂ ਨੇ। ਪਾਕਿਸਤਾਨ ਵਿੱਚ ਗੁਰਬਤ ਦੇ ਡੇਰੇ ਨੇ। ਹਰ ਬੰਦਾ ਜਿਹੜਾ ਨਾ ਉਹ ਰੋਜ਼ੀ ਰੋਟੀ ਤੋਂ ਬੜਾ ਅੱਜ ਕੱਲ੍ਹ ਨਾ ਪਰੇਸ਼ਾਨ ਹੈ ਤੇ ਇਸ ਵਜ੍ਹਾ ਤੋਂ ਨਾ ਚੰਗੇ ਛੋੜ ਜਾਂਦੇ ਆ। ਜਦੋਂ ਉਹ ਪੰਜਾਬੀ 'ਚ ਸ਼ਾਇਰ ਕਹਿੰਦਾ ਨਾ ਉਹ ਪੰਜਾਬੀ ਦੇ ਸ਼ਾਇਰ ਸਨ ਤੇ ਉਹ ਬੈਠੇ ਉਸਤਾਦ ਦਾਮਨ ਲਾਹੌਰੀ ਸਾਹਿਬ ਕੁਟੀਆ 'ਚ ਬੈਠੇ। ਉਦੋਂ ਸ਼ਾਲਮੀ ਲਾਹੌਰ ਨੂੰ ਅੱਗ ਲੱਗੀ ਤੇ ਧੂੰਆਂ ਉੱਠਣ ਡਿਆ ਸੀ ਤੇ ਉਹਨਾਂ ਦਾ ਨਾ ਉਹ ਪ੍ਰੀਤਮ ਸਿੰਘ ਦੀਵਾਨਾ ਸੀ ਇੱਕ ਸਿੱਖ ਸ਼ਾਗਿਰਦ ਸੀ ਤੇ ਉਹ ਇੰਡੀਆ ਤੇ ਚਲੇ ਗਈ। ਉਹਦੀ ਫੈਮਿਲੀ ਤੋਂ ਵਾਪਸ ਆਇਆ ਕੁਛ ਅਰਸੇ ਬਾਅਦ ਤੇ ਉਹਨੇ ਕਿਹਾ ਚੱਲ ਮੈਂ ਆਪਣੇ ਉਸਤਾਦ ਨੂੰ ਮਿਲਾਂ ਤੇ ਜਿਲੇ ਗਿਆ ਨਾ ਤੇ ਉਹ ਸ਼ਾਲਮੀ ਧੂਏ ਤੇ ਠੰਡੇ ਹੋ ਗਏ ਸਨ ਲੇਕਿਨ ਸ਼ਾਲਮੀ ਉਜੜੀ ਪਈ ਸੀ। ਲਾਹੌਰ ਦਾ ਬਹੁਤ ਬੜੀ ਮਾਰਕੀਟ ਹੈ ਤੇ ਉਹ ਉਸਤਾਦ ਦੇ ਜਿਸਲੇ ਉਹ ਝੁੱਗੀ 'ਚ ਗਿਆ ਨਾ ਕੁਟੀਆ 'ਚ ਕਮਰੇ 'ਚ ਗਿਆ ਤੇ ਉਸਤਾਦ ਉਰੀ ਬੈਠੇ ਤੇ ਉਹ ਖਰ ਮਿਲਿਆ ਤੇ ਉਹਨੇ ਇੱਕ ਬੜਾ ਤਰੀਖੀ ਜੁਮਲਾ ਕਿਹਾ। ਸ਼ਾਇਰ ਹੁੰਦੇ ਨੇ। ਉਹ ਕਹਿੰਦਾ ਉਸਤਾਦ ਦੀ ਅੱਖਾਂ 'ਚ ਵੇਖ ਕੇ ਕਹਿੰਦਾ ਲਾਲੀ ਅੱਖਾਂ ਦੀ ਪਈ ਦੱਸਦੀ ਹੈ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਬੜੀ ਵੱਡੀ ਗੱਲ ਹੈਗੀ ਹੈ ਕਿ ਅਸੀਂ ਜਦੋਂ ਇੱਥੋਂ ਗਏ ਹਾਂ ਤਾਂ ਬੜੇ ਰੋਏ ਹਾਂ ਯਾਨੀ ਬੜੇ ਪਰੇਸ਼ਾਨ ਹੋਏ ਹਾਂ। ਉਹਨੇ ਕਿਹਾ ਲਾਲੀ ਅੱਖਾਂ ਦੀ ਪਈ ਦੱਸਦੀ ਹੈ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਤੇ ਨਾਲ ਹੀ ਕਹਿੰਦਾ ਹੁਣ ਆ ਗਿਆ ਚੈਨ ਹਨੇਰੀਆਂ ਨੂੰ ਜਿੱਦਾਂ ਆਲ੍ਹਣੇ ਆਪਣਿਆਂ ਦਾ ਕੱਖ ਨਹੀਂ ਰਿਹਾ। ਪਰਿੰਦੇ ਬਣਾਉਂਦੇ ਨਾ ਆਲ੍ਹਣੇ ਦਰਖਤਾਂ ਦੀ ਟਹਿਣੀਆਂ ਤੇ ਜਦੋਂ ਹਨੇਰੀ ਆਉਂਦੀ ਝੱਖਣ ਆਉਂਦੀ ਤੇ ਡਿੱਗ ਪੈਂਦੇ ਨੇ। ਕਹਿੰਦਾ ਹੁਣ ਸਾਰਿਆਂ ਨੂੰ ਚੈਨ ਆ ਗਿਆ ਜਿੱਦਾਂ ਸਾਡਾ ਕੁੱਖ ਨਹੀਂ ਰਹਿ ਗਿਆ। ਉਹ ਘੁੰਮਾਉਂਦਾ ਜਿਸ ਵੇਲੇ ਉਹ ਪਾਕਿਸਤਾਨ 'ਚ ਸੈਰ ਸਪਾਟਾ ਕਰਕੇ ਆਪਣੇ ਮੁਕੱਦਸ ਮਕਾਮਾਤ ਤੋਂ ਹੋ ਕੇ ਵਾਪਸ ਜਾਣ ਲੱਗਾ ਨਾ ਪ੍ਰੀਤਮ ਸਿੰਘ ਦੀਵਾਨਾ ਤੇ ਉਸਤਾਦ ਦਾਮਨ ਲਾਹੌਰੀ ਨੂੰ ਮਿਲਣ ਚਲਾ ਗਿਆ ਕਿ ਚਲੋ ਉਸਤਾਦ ਹੋਰਾਂ ਨੂੰ ਮਿਲ ਕੇ ਚਲਾਂ ਤੇ ਕਹਿੰਦਾ ਉਸਤਾਦ ਜੀ ਮੈਂ ਚਲਿਆ ਵਾਂ ਤੇ ਮੈਨੂੰ ਕੋਈ ਨਸੀਹਤ ਹੀ ਕਰ ਦਿਓ। ਉਸਤਾਦ ਹੋਰਾਂ ਇੱਕ ਬੜੀ ਗੱਲ ਕੀਤੀ ਜਿਹੜੀ ਪੱਲੇ ਬੰਨਣ ਵਾਲੀ ਗੱਲ ਹੈ ਔਰ ਬੜੇ ਕੰਮ ਦੀ ਗੱਲ ਹੈ। ਉਹਨਾਂ ਕਿਹਾ ਪੁੱਤਰ ਗੱਲ ਇਹ ਵੇ ਜਦੋਂ ਆਪਣੇ ਪੱਲਿਓਂ ਫਾਂਕ ਹੋਈਏ ਕਦੋਂ ਯਾਰੀਆਂ ਗੂੜੀਆਂ ਰਹਿੰਦੀਆਂ ਨੇ। ਜਦੋਂ ਆਪਣੇ ਪੱਲਿਓਂ ਫਾਂਕ ਹੋਈਏ ਕਦੋਂ ਯਾਰੀਆਂ ਗੂੜੀਆਂ ਰਹਿੰਦੀਆਂ ਨੇ। ਜਦੋਂ ਫੁੱਲ ਨਹੀਂ ਲੱਗਦੇ ਟਹਿਣੀਆਂ ਨੂੰ ਕਦੋਂ ਬੁਲਬੁਲਾਂ ਆ ਕੇ ਬਹਿੰਦੀਆਂ ਨੇ। ਇਹ ਸੱਚੀ ਗੱਲ ਹੈ। ਜੇ ਤੁਹਾਡੇ ਕੋਲ ਚਾਰ ਆਨੇ ਹਨ ਤੇ ਤੁਸੀਂ ਜਵਾਨ ਆਦਮੀ ਹੈ ਤਾਂ ਤੁਹਾਨੂੰ ਸਾਰੇ ਰਿਸ਼ਤੇਦਾਰ ਵੀ ਚੰਗਾ ਜਾਣਨਗੇ ਮਾਂ ਪਿਓ ਵੀ ਚੰਗਾ ਜਾਣਨਗੇ। ਮਾਂ ਵੀ ਉੱਠ ਕੇ ਸਵੇਰੇ ਤੁਹਾਨੂੰ ਪਰਾਠਾ ਪਕਾ ਕੇ ਦੇਗੀ। ਜਦੋਂ ਵਿਹਲੇ ਹੋਵੋਗੇ ਤਾਂ ਜਿਸ ਘਰ ਜਾਓਗੇ ਉਹਨੇ ਕਹਿਣਾ ਲੈ ਵੀ ਆ ਗਿਆ ਜੇ ਅੰਨ ਪਾਣੀ ਦਾ ਦੁਸ਼ਮਣ ਆ ਗਿਆ ਤੇ ਇੱਜ਼ਤ ਨਹੀਂ ਹੁੰਦੀ। ਤੇ ਉਹ ਤਾਂ ਹੀ ਉਸਨੇ ਕਿਹਾ ਕਿ ਜਦੋਂ ਫੁੱਲ ਨਹੀਂ ਲੱਗਦੇ ਟਹਿਣੀਆਂ ਨੂੰ ਕਦੋਂ ਬੁਲਬੁਲਾਂ ਆ ਕੇ ਬਹਿੰਦੀਆਂ ਨੇ ਤੇ ਫਿਰ ਭਾਈ ਚੰਗਾ ਰਿਸ਼ਤਾ ਵੀ ਨਹੀਂ ਲੱਭਦਾ। ਮੈਂ ਅਮੀਨ ਸਾਹਿਬ ਕੋਲ ਪੁੱਛਾਂਗਾ ਕਿ ਜਨਾਬ ਜੀ ਅਗਰ ਬੰਦਾ ਗਰੀਬ ਹੋਵੇ ਤੇ ਉਹਨੂੰ ਰਿਸ਼ਤਾ ਲੱਭਣ 'ਚ ਕੋਈ ਤੰਗੀ ਤੋਸ਼ੀ ਹੁੰਦੀ ਆ ਜਾਂ ਨਹੀਂ ਹੁੰਦੀ। ਅਮੀਨ ਭਾਈ ਤੁਸੀਂ ਸਾਡੇ ਨਾਲ ਅਕਸਰੋਂ ਬੇਸ਼ਤਰ ਆਉਂਦੇ ਹੋ ਤੇ ਮੈਂ ਤੁਹਾਨੂੰ ਬੁਲਾ ਕੇ ਜ਼ਹਿਮਤ ਦਿੰਦਾ ਵਾਂ। ਦੱਸੋ ਜੀ ਪੱਲੇ ਪੈਸੇ ਨਾ ਹੋਣ ਤੇ ਅੱਜ ਕੱਲ੍ਹ ਦੇ ਮੁੰਡਿਆਂ ਦਾ ਵਿਆਹ ਹੋ ਸਕਦਾ? ਦੇਖੋ ਜੀ ਜੇ ਅਗਰ ਅਸੀਂ ਜਾਈਏ ਸ਼ਕੀਲ ਭਾਜੀ ਫੈਮਿਲੀ ਮੈਟਰ ਤੇ ਰਿਸ਼ਤੇ ਬਹੁਤ ਮੁਸ਼ਕਲ ਨੇ। ਤੇ ਜੇ ਅਗਰ ਜਾਈਏ ਅਸੀਂ ਸੋਸ਼ਲ ਮੀਡੀਆ ਤੇ ਰਿਸ਼ਤਿਆਂ ਦੇ ਪਲੇਟਫਾਰਮ ਭਰੇ ਪਏ ਨੇ। ਅੱਜ ਕੱਲ੍ਹ ਦੀਆਂ ਕੁੜੀਆਂ ਮੁੰਡੇ ਨਹੀਂ ਵੇਖਦੇ ਵੀ ਮੁੰਡਾ ਕਰਦਾ ਕੀ ਹੈ। ਉਹ ਵੀਡੀਓ ਕਾਲ ਤੇ ਜੀ ਜੈਕਟ ਪਾਈ ਕੋਟ ਪਾਇਆ ਤੇ 100 200 ਦਾ ਬੈਲਸ ਕਰਾਇਆ ਤੇ ਕੁੜੀ ਨੇ ਕਹਿਣਾ ਜੀ ਮੁੰਡਾ ਬੜਾ ਲੈਣ ਲਾਟ ਹੈ। ਉਹ ਇਸ ਮੱਧ ਦੇ ਵਿੱਚ ਤਾਂ ਰਿਸ਼ਤੇ ਹੋ ਜਾਂਦੇ ਨੇ। ਮਗਰ ਅਗਰ ਅਸੀਂ ਫੈਮਿਲੀ ਮੈਟਰ ਤੇ ਜਾਂ ਅਸੀਂ ਇਸ ਨੂੰ ਵੇਖੀਏ ਤੇ ਰਿਸ਼ਤੇ ਅੱਜ ਕੱਲ੍ਹ ਬਹੁਤ ਮੁਸ਼ਕਲ ਨੇ। ਕਿਉਂਕਿ ਘਰਾਂ ਦੇ ਘਰ ਭਰੇ ਹੋਏ ਨੇ ਤੇ ਬੱਚੀਆਂ ਵਾਲਿਆਂ ਨੂੰ ਘਰ ਨਹੀਂ ਲੱਭਦੇ ਵੀ ਅਸੀਂ ਆਪਣੀ ਬੱਚੀ ਦੇਣੀ ਕਿੱਥੇ ਰਿਸ਼ਤਾ ਕਰੀਏ ਕਿੱਥੇ। ਤੇ ਅੱਗੋਂ ਜਿਹੜੇ ਜੀ ਮੁੰਡੇ ਵਾਲੇ ਨੇ ਉਹਨਾਂ ਦੀਆਂ ਵੀ ਵੱਡੀਆਂ ਡਿਮਾਂਡਾਂ ਨੇ। ਸੁਣਦੇ ਆ ਰਹੇ ਵੇਖਦੇ ਆ ਰਹੇ ਅਸੀਂ ਕਿਹੜਾ ਕੋਈ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਆ। ਅਸੀਂ ਵੀ ਹੁਣ ਦੀ ਇਤਨੀ ਏਜ ਸਾਡੀ ਹੈ ਨਹੀਂ। ਅਸੀਂ ਨਹੀਂ ਇੰਨਾ ਅਮੀਨ ਭਾਈ ਕਹੋ ਤੁਸੀਂ ਵਾਹਵਾ ਵੱਡੇ ਸਾਰੇ ਉਂਝ ਕੱਦ ਛੋਟਾ ਰਹਿ ਗਿਆ ਉਮਰ ਚੰਗੀ ਭੱਲੀ ਆ ਤੁਸੀਂ ਵਾਹਵਾ ਪੁਰਾਣਾ ਮਾਡਲ ਲੱਗਦੇ ਹੋ। ਸ਼ਕੀਲ ਭਾਜੀ ਗੱਲ ਇਸ ਤਰ੍ਹਾਂ ਵੀ ਸਰਦੀ ਮੈਂ ਤਾਂ ਇਕੱਠਾ ਹੋਇਆ ਦੋ ਧੁੱਪਾਂ ਲੱਗਣ ਤੇ ਮੇਰੀਆਂ ਖੁੱਲੀਆਂ ਵੇਖਿਆ ਜੇ ਅੱਛਾ ਸਹੀ ਹੈ ਯਾਨੀ ਗਰਮੀਆਂ 'ਚ ਤੁਸੀਂ ਵੱਡੇ ਹੋ ਜਾਂਦੇ ਹੋ। ਤੁਸੀਂ ਲੋਹੇ ਦੇ ਤੇ ਨਹੀਂ ਬਣੇ ਕਿਉਂਕਿ ਕਹਿੰਦੇ ਨੇ ਲੋਹਾ ਫੈਲਦਾ ਗਰਮੀਆਂ ਦੇ ਵਿੱਚ ਸਰਦੀਆਂ ਸੁੱਕੜ ਜਾਂਦਾ। ਇਸ ਤਰ੍ਹਾਂ ਹੈ ਕਿ ਸਰਦੀ ਹੈ ਨਾ ਜੀ ਸਰਦੀਆਂ ਸਾਰੇ ਇਕੱਠੇ ਹੋਏ ਆ। ਅੱਛਾ ਤੁਸੀਂ ਦੋ ਧੁੱਪਾਂ ਲੱਗਣ ਤੋਂ ਤੇ ਮੇਰੀਆਂ ਖੁੱਲੀਆਂ ਵੇਖਿਆ ਉਹ ਖੈਰ ਹੋ ਗਈ ਜੀ ਧੁੱਪ ਦਾ ਵੀ ਇੰਤਜ਼ਾਰ ਕਰਨਾ ਨਾਜ਼ਰੀਨ। ਸਰ ਇਲਮ ਨਾ ਕੋਈ ਨਾ ਹੈ ਨਾ ਉਹ ਇਲਮ ਦੇ ਬੋਝ ਨੂੰ ਛੋਟਾ ਕਰਦਾ ਓਏ ਕਮਾਲ ਹੋ ਗਈ ਜੀ। ਦੇਖੋ ਜੀ ਗੱਲ ਇਸ ਤਰ੍ਹਾਂ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਫੈਮਿਲੀ ਵਾਲਿਆਂ ਨੂੰ ਵੀ ਕਹਿੰਦੇ ਹਾਂ ਤੇ ਜਿਹੜੇ ਸੋਸ਼ਲ ਮੀਡੀਆ ਲੋਕ ਉਹਨਾਂ ਨੂੰ ਵੀ ਕਹਿੰਦੇ ਹਾਂ ਵੀ ਤੁਸੀਂ ਥੋੜ੍ਹਾ ਜਿਹਾ ਅੱਖਾਂ ਖੋਲ੍ਹੋ ਅਕਲ ਇਸਤੇਮਾਲ ਕਰਿਆ ਕਰੋ ਵੀ ਅਸੀਂ ਕਰਨਾ ਕੀ ਹੈ ਅਸੀਂ ਕਰਦੇ ਕੀ ਪਏ ਹਾਂ ਇਹ ਸਾਨੂੰ ਵੇਖਣਾ ਚਾਹੀਦਾ ਹੈ। ਹੋਰ ਬਾਕੀ ਤੁਹਾਡਾ ਮੌਜੂ ਬੜਾ ਅੱਛਾ ਹੈ ਬੜੀਆਂ ਅੱਛੀਆਂ ਗੱਲਾਂ ਤੁਸੀਂ ਕਰਦੇ ਹੋ। ਮਗਰ ਤੁਹਾਡੇ ਨਾਲ ਬਹਿਣ ਨਾਲ ਮੇਰਾ ਬੜਾ ਤਜਰਬਾ ਜ਼ਿਆਦਾ ਹੋ ਰਿਹਾ ਕਿ ਮੈਨੂੰ ਬੜੀਆਂ ਅੱਛੀਆਂ ਗੱਲਾਂ ਤੁਹਾਡੇ ਕੋਲ ਮਿਲਦੀਆਂ ਨੇ। ਅੱਛਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਤੁਸੀਂ ਮਾਸ਼ਾਅੱਲਾ ਸਵਾਲ ਮੇਰੇ ਨਾਲ ਕੀਤੇ ਨੇ। ਮੈਂ ਵੀ ਕੁਝ ਚੀਜ਼ਾਂ ਲਿਖ ਕੇ ਲੈ ਕੇ ਆਇਆ ਵਾਂ। ਪਰ ਤੁਸੀਂ ਇਹ ਦੱਸੋ ਜਦੋਂ ਪਾਕਿਸਤਾਨ ਬਣਿਆ ਤੁਸੀਂ ਹੈ ਸੀ?
ਨਹੀਂ ਭਾਜਨ ਮੈਂ ਜਦ ਉਦੋਂ ਤੇ ਮੇਰਾਬਾ ਤੇ ਹੈ ਸੀ ਠੀਕ ਹੈ ਲੇਕਿਨ ਮੈਂ ਨਹੀਂ ਸਾ ਹੈ ਮੈਂ ਵੀ ਕਿਤੇ ਫਿਰਦਾ ਹੋਵਾਂਗਾ ਆ ਹੀ ਗਿਆ ਲੇਕਿਨ ਮੈਂ ਉਸ ਏਡਾ ਪੁਰਾਣਾ ਮਾਡਲ ਨਹੀਂ ਹੈ ਅੱਛਾ ਜੀ ਜੀ ਮੈਂ ਸ਼ਾਇਦ ਮੈਂ ਗਲਤ ਲਿਖ ਬੈਠਾ ਇੱਥੇ ਕਿ ਵੀ ਪਾਕਿਸਤਾਨ ਬਣਨ ਤੋਂ ਪਹਿਲੇ ਤੁਸੀਂ ਜਾਂ ਪਾਕਿਸਤਾਨ ਬਣਨ ਤੋਂ ਬਾਅਦ ਆਏ ਹੋ ਨਹੀਂ ਮੈਂ ਪਾਕਿਸਤਾਨ ਬਣਨ ਤੋਂ ਬਾਅਦ ਦਾ ਮਾਡਲ ਬਾਅਦ ਦੇ ਆਏ ਹੋ ਤੁਸੀਂ ਅੱਛਾ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਵੀ ਪੈਗਾਮ ਜਿਹੜਾ ਸ਼ੁਗਲ ਦੀ ਸ਼ੁਗਲ ਤੇ ਗੱਲ ਦਾ ਗੱਲ ਇਹ ਸਾਡੇ ਬੜੇ ਕਾਬਲੇ ਇੱਜ਼ਤ ਨੇ ਮੌਸਮ ਨੇ ਸ਼ਕੀਰ ਭਾਜੀ ਤੇ ਇਹਨਾਂ ਨਾਲ ਮੈਂ ਸ਼ੁਗਲ ਮੇਲਾ ਮਜ਼ਾਕ ਮਜ਼ੂ ਕਰ ਲਈਦਾ ਉਹ ਇਸ ਵਾਸਤੇ ਕਰੀਦਾ ਵੀ ਤੁਹਾਨੂੰ ਲੋਕਾਂ ਨੂੰ ਹਸਾਉਣ ਵਾਸਤੇ ਤੁਹਾਨੂੰ ਦੱਸਣ ਵਾਸਤੇ ਵੀ ਥੋੜਾ ਜ਼ਿਹਨੀ ਟੈਨਸ਼ਨਾਂ ਤੋਂ ਦੂਰ ਰਹੋ ਹੱਸਿਆ ਖੇਡਿਆ ਕਰੋ ਨਾ ਇਹਦੀਆਂ ਟੈਨਸ਼ਨਾਂ ਲਿਆ ਕਰੋ ਤੇ ਸ਼ਕੀਰ ਭਾਜੀ ਤੁਸੀਂ ਸਿਰ ਧੋਂਦੇ ਹੋ ਜਾਂ ਗਿੱਲੀ ਟਾਕੀ ਮਾਰਦੇ ਹੋ ਸਿਰ ਤੇ ਨਹੀਂ ਟਾਕੀ ਟੁਕੀ ਮਾਰ ਲਈਦੀ ਹੈ ਸਿਰ ਵੀ ਧੋ ਲਈਦਾ ਗੱਲ ਇਹ ਹੈ ਵੀ ਸਾਡਾ ਮੌਜੂ ਜਿਹੜਾ ਚੱਲਦਾ ਪਿਆ ਨਾ ਅਮੀਨ ਭਾਈ ਉਹ ਕੁਝ ਆਪਣੇ ਨਾਲ ਵੀ ਇੰਜੀ ਹੈ ਵੀ ਇਹ ਬੰਦਾ ਜਿਸ ਵੇਲੇ ਪੱਲਿਓਂ ਫਾਂਕ ਹੋਵੇ ਸੋਚ ਕੇ ਵੀ ਵਾਲ ਡਿੱਗ ਪੈਂਦੀ ਹੈ ਬਿਲਕੁਲ ਠੀਕ ਹੈ ਤੇ ਉਹ ਵੈਸੇ ਪਿੰਡੀ ਵਾਲੇ ਲੋਕ ਤੇ ਕਹਿੰਦੇ ਨੇ ਸੋਚੀ ਪਿਆ ਤੇ ਬੰਦਾ ਗਿਆ ਲੇਕਿਨ ਗੱਲ ਇਹ ਵੀ ਸੋਚਣਾ ਸਮਝਣਾ ਚਾਹੀਦਾ ਤੇ ਸ਼ਾਹਰਾਂ ਨੂੰ ਕੋਲ ਪੁੱਛਾਂਗੇ ਵੀ ਸ਼ਾਹ ਜੀ ਜਿਹੜੇ ਰਿਸ਼ਤਿਆਂ 'ਚ ਰੁਕਾਵਟ ਬਣਦੀ ਹੈ ਦੌਲਤ ਤੇ ਸ਼ੋਹਰਤ ਤੇ ਰੋਟੀ ਰੋਜ਼ੀ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਵੱਡੇ ਕਹਿੰਦੇ ਨੇ ਔਰ ਪੜ੍ਹਿਆ ਵੀ ਇਹੀ ਹੈ ਵੀ ਰਿਜ਼ਕ ਤੇ ਔਰਤ ਦੀ ਜਿਹੜੀ ਨਾ ਉਹ ਕਿਸਮਤ ਦਾ ਬੰਦਾ ਖਾਂਦਾ ਤੇ ਔਲਾਦ ਜਿਹੜੀ ਨਾ ਉਹ ਹੁੰਦੀ ਹੈ ਬੁੱਢੀ ਦੀ ਕਿਸਮਤ ਦੀ ਤੇ ਬੰਦੇ ਦੀ ਕਿਸਮਤ ਜਿਹੜੀ ਹੈ ਜਿਹੜੀ ਰੋਜ਼ੀ ਰੋਟੀ ਹੈ ਉਹ ਲੈ ਕੇ ਆਂਦੀ ਹੈ ਔਰਤ ਇਹ ਭਾਈ ਮਿਸਾਲ ਹੀ ਗਲਤ ਕਰ ਦਿੱਤੀ ਹੈ ਵੀ ਜਿਹੜਾ ਰਿਜ਼ਕ ਹੁੰਦਾ ਨਾ ਜੀ ਉਹ ਔਰਤ ਦੇ ਨਸੀਬਾਂ ਦਾ ਹੁੰਦਾ ਹੈ ਤੇ ਜਿਹੜੀ ਔਲਾਦ ਹੁੰਦੀ ਉਹ ਬੰਦੇ ਅੱਛਾ ਚਲੋ ਜੀ ਇੰਜ ਹੀ ਕਰ ਲਓ ਬਈ ਇੰਜ ਹੀ ਕਰ ਲਓ ਜੀ ਮੈਂ ਕੰਮ ਸੌਰੀ ਜੀ ਕੰਮ ਉਲਟਾ ਹੋ ਗਿਆ ਗੱਲ ਲੰਮਾ ਕਰ ਅੱਛਾ ਗੱਲ ਤੇ ਇਹ ਹੈਗੀ ਹੈ ਵੀ ਰੋਜ਼ੀ ਰੋਟੀ ਤੇ ਬੁੱਢੀ ਆਪਣੀ ਮਤਲਬ ਜਿਹੜਾ ਹੈ ਦੌਲਤ ਜੋ ਹੈ ਆਪਣੇ ਨਸੀਬ ਨਾਲ ਲੈ ਆਂਦੀ ਹੈ ਤੇ ਫਿਰ ਇਸ ਗੱਲ ਦੇ ਉੱਤੇ ਲੋਕਾਂ ਦਾ ਸ਼ਾਜੀ ਕਿਉਂ ਜ਼ੋਰ ਹੈਗਾ ਕਿ ਦੀ ਮੁੰਡਾ ਕੰਮ ਕਰਦਾ ਹੋਵੇ ਮੁੰਡੇ ਕੋਲ ਇੰਨੇ ਪੈਸੇ ਹੋਣ ਮੁੰਡੇ ਦੀ ਇੰਨੀ ਘਰ ਹੋਣ ਇੰਨੀ ਗੱਡੀਆਂ ਹੋਣ ਇਹ ਵਜ੍ਹਾ ਕੀ ਜੀ ਬਹੁਤ ਸ਼ੁਕਰੀਆ ਜਨਾਬ ਮੁਹਤਰਮ ਸ਼ਕੀਰ ਸਾਹਿਬ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਚ ਮਦਊ ਕੀਤਾ ਔਰ ਆਪਣੇ ਨਾਲ ਬਿਠਾਇਆ ਇਹ ਮੇਰੇ ਵਾਸਤੇ ਬੜੀ ਇਜ਼ਾਜ਼ ਦੀ ਗੱਲ ਹੈ ਕਿ ਇਹਨੇ ਸੀਨੀਅਰ ਪਾਕਿਸਤਾਨ ਦੇ ਮਾਇਆਨਾਜ਼ ਐਂਕਰ ਤੇ ਗੱਲ ਹਾਸੇ ਮਜ਼ਾਕ ਦੀ ਵੀ ਤੁਸੀਂ ਬੜਾ ਅੱਛਾ ਪ੍ਰੋਗਰਾਮ ਜਿਹੜਾ ਵੇ ਇਹ ਪਲਾਨ ਕੀਤਾ ਵੇ ਬਿਲਕੁਲ ਸਹੀ ਕਹਿ ਰਹੇ ਹੋ ਕਿ ਰਿਸ਼ਤਾ ਜਿਹੜਾ ਨਾ ਰਿਸ਼ਤਾ ਇਹ ਬਾਕੀ ਕਿਹਾ ਜਾਂਦਾ ਕਿ ਰਿਸ਼ਤੇ ਜਿਹੜੇ ਨੇ ਅੱਲਾ ਦੀ ਤਰਫੋਂ ਜਿਹੜੇ ਨਾ ਉਹਦੇ ਮੁਸੱਬਬ ਮੁਸਬਾਬ ਨਾਲ ਬਣਦੇ ਨੇ ਕਿਉਂਕਿ ਜੋ ਇਨਸਾਨ ਦਾ ਆਪਣਾ ਰਵੱਈਆ ਆਪਣਾ ਕਿਰਦਾਰ ਹੁੰਦਾ ਹੈ ਅੱਲਾਹ ਤਾਲਾ ਉਸੇ ਕਿਰਦਾਰ ਉਸੇ ਸ਼ਖਸੀਅਤ ਦੀ ਠੀਕ ਹੈ ਨਾ ਜੋੜੇ ਨੂੰ ਮੁੰਤਖਬ ਕਰ ਲੈਂਦਾ ਹੈ ਤੁਸੀਂ ਮਸ਼ਰਕ ਰਹਿੰਦੇ ਹੋ ਤੁਹਾਡਾ ਮਗਰਬ ਸ਼ਾਦੀ ਹੋ ਜਾਂਦੀ ਹੈ ਤੁਸੀਂ ਸ਼ਮਾਲ ਰਹਿੰਦੇ ਹੋ ਜਨੂਬ ਹੋ ਜਾਂਦੀ ਹੈ ਇਹ ਹਾਲਾਂਕਿ ਨਾ ਕਿਸੇ ਨੇ ਦੇਖਿਆ ਉਸ ਘਰ ਨੂੰ ਨਾ ਕਿਸੇ ਨੇ ਤੱਕਿਆ ਇਹ ਬਾਕੀ ਅੱਲਾਹ ਤਾਲਾ ਦੀ ਇੱਕ ਮਸ਼ੀਅਤ ਹੈ ਇੱਕ ਉਹਦੇ ਰਾਜ਼ਾਂ 'ਚੋਂ ਰਾਜ਼ ਹੈ ਠੀਕ ਹੈ ਨਾ ਉਹਦੇ ਸਬਬ ਨਾਲ ਹੀ ਅੱਲਾਹ ਦੇ ਹੁਕਮ ਨਾਲ ਹੀ ਇਹ ਜਿਹੜਾ ਮਾਮਲਾ ਹੈ ਨਾ ਇਹ ਤਰਤੀਬ ਤੇ ਫਿਰ ਇਹ ਬੰਦੇ ਇਸ ਗੱਲ ਨੂੰ ਕਿਉਂ ਨਹੀਂ ਮੰਨਦੇ ਹੈ ਕਿਉਂ ਪਿੱਛੇ ਪਏ ਹੁੰਦੇ ਨੇ ਇਹ ਸ਼ੈਤਾਨ ਦੀ ਜਿਹੜੀ ਜੰਗ ਹੈ ਇਹ ਜਨਾਬ ਜਦੋਂ ਅੱਲਾਹ ਨੇ ਕਿਉਂਕਿ ਇਲਮ ਜਿਹੜਾ ਨਾ ਇਲਮ ਇਮਾਨੀ ਨਹੀਂ ਇਲਮ ਜਿਹੜਾ ਨਾ ਇਲਮ ਨੂੰ ਹੋਣਾ ਇਹ ਇਮਾਨ ਨਹੀਂ ਅਗਰ ਇਲਮ ਇਮਾਨ ਨਹੀਂ ਹੁੰਦਾ ਤੇ ਸ਼ੈਤਾਨ ਨੂੰ ਵੱਡਾ ਕੋਈ ਦੁਨੀਆ ਤੇ ਆਲਮ ਨਹੀਂ ਉਹ ਆਪਣੇ ਇਲਮ ਦੇ ਇੱਕ ਲਫ਼ਜ਼ ਤੇ ਦੁਦਕਾਰਿਆ ਗਿਆ ਉਹ ਕਿਹਾ ਗਿਆ ਜਾ ਤੂੰ ਤੇਰਾ ਫਿਰ ਮੁਕਾਬਲਾ ਹੈ ਜਿਹੜੇ ਨੇਕ ਹੁੰਦੇ ਉਹ ਰਹਿਣ ਦੇ ਜਿਹੜੇ ਬਦ ਹੁੰਦੇ ਉਹ ਤੇਰੇ ਨਾਲ ਤੁਰ ਜਾਂਦੇ ਤੇ ਇਹ ਮਾਮਲਾ ਵੇ ਕਿ ਜਿਹੜੇ ਰਿਸ਼ਤੇ ਨੇ ਨਾ ਉਹ ਜਿਹੜੇ ਰਿਸ਼ਤੇ ਨੇ ਨੇਕਾਂ ਦੇ ਉਹ ਮਸ਼ਰਕ ਵੀ ਕਿਤੇ ਹੋਏ ਨਾ ਬੀਬੀ ਆਮਨਾ ਨਾ ਆਵੇ ਬੀਬੀ ਸਹਿਰਸ਼ੀ ਬੰਦਾ ਕਰਾਚੀ ਰਹਿੰਦਾ ਹੈ ਰਿਸ਼ਤਾ ਦਾ ਜਨਾਬ ਉੱਥੇ ਹੋ ਜਾਂਦਾ ਗੁਜਰਾਂ ਲਈ ਉਹ ਫੈਮਲੀਆਂ ਵੀ ਨਹੀਂ ਹੁੰਦੀਆਂ ਉਹ ਅੱਲਾਹ ਕੋਈ ਸਬਬ ਬਣਾਉਂਦਾ ਹੈ ਕਿਉਂਕਿ ਉਹ ਅੱਲਾਹ ਦਾ ਰਾਜ਼ ਹੈ ਉਹਨੇ ਉੱਥੇ ਪਹੁੰਚ ਜਾਣਾ ਰਿਜ਼ਕ ਜਿਹੜਾ ਔਰਤ ਹੈ ਨਾ ਉਹ ਰਿਜ਼ਕ ਜਿਹੜਾ ਔਰਤ ਹੈ ਆਪ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਸ਼ਰੀਫ ਹੈ ਕਿ ਰਿਜ਼ਕ ਜਿਹੜਾ ਹੈ ਨਾ ਔਰਤ ਆਪਣਾ ਨਾਲ ਲੈ ਕੇ ਆਉਂਦੀ ਹੈ ਇਹ ਜੋ ਅੱਲਾ ਨੇ ਉਹਦੇ ਵਾਸਤੇ ਬਣਾ ਦਿੱਤਾ ਹੈ ਜੋ ਉਹਦੇ ਵਾਸਤੇ ਤਰਤੀਬ ਦੇਤੀ ਉਸੇ ਤਰਤੀਬ ਨਾਲ ਰਿਜ਼ਕ ਮਿਲਣਾ ਹੈ ਰਿਜ਼ਕ ਦੀ ਵਜ੍ਹਾ ਤੋਂ ਇਨਸਾਨ ਇਹ ਕਦੀ ਨਹੀਂ ਹੋਇਆ ਸ਼ਕੀਰ ਸਾਹਿਬ ਕਿ ਰਿਜ਼ਕ ਦੀ ਵਜ੍ਹਾ ਤੋਂ ਇਨਸਾਨ ਮਰੇ ਰਿਜ਼ਕ ਦੀ ਵਜ੍ਹਾ ਤੋਂ ਭੁੱਖ ਦੀ ਵਜ੍ਹਾ ਤੋਂ ਨਹੀਂ ਮਰ ਸਕਦਾ ਅੱਲਾ ਦਾ ਵਾਅਦਾ ਹੈ ਉਹਨੇ ਦੇਣਾ ਵੀ ਉਹ ਜਿੱਥੇ ਵੀ ਬੈਠਾ ਹੈ ਇਹ ਇਨਸਾਨ ਦਾ ਸਿਰਫ ਇਹ ਹੀ ਹੁੰਦਾ ਹੈ ਕਿ ਇਹ ਜਨਾਬ ਇਹ ਡਾਕਟਰ ਉਹਨੂੰ ਮਨਾ ਕਰ ਛੱਡਦੇ ਨੇ ਕਿ ਤੂੰ ਇਹ ਚੀਜ਼ ਨਹੀਂ ਖਾਣੀ ਅੱਲਾ ਨਹੀਂ ਕਹਿੰਦਾ ਕਿ ਤੂੰ ਚੀਜ਼ ਖਾ ਜਾਂ ਨਾ ਖਾਓ ਕਹਿੰਦਾ ਖਾ
सही बात वो सही बात डॉक्टर वो अपनी बीमारी अपनी खुद ही नहीं खाता ते लिहाजा अल्लाह ते रिज़्क देंदा वे जिन्ने परिंदे ने जमादात ने हवानात ने कायनात 'ਚ, ਇਹ ਆਪਣਾ ਰਿਜ਼ਕ ਅੱਲਾ ਉਹਨਾਂ ਨੂੰ ਬਾਹਮ ਪਹੁੰਚਾਉਂਦਾ ਹੈ ਖਵਾ ਸਮੁੰਦਰ 'ਚ ਨੇ ਖਵਾ ਵੀ ਜ਼ਮੀਨ ਦੀ ਜਿਹੜੀਆਂ ਚੀਜ਼ਾਂ ਸਤਵੀਂ ਡਾਕਟਰ ਤਹਿ ਖੁਦ ਤੇ ਨਹੀਂ ਖਾਂਦਾ ਦੂਜੇ ਨੂੰ ਵੀ ਮਨਾ ਕਰ ਦਿੰਦੇ ਨੇ। ਹਾਂ ਜ਼ਾਹਿਰ ਬਿਲकुल है वो ਲੋ मना ਜੀ ਤਾਂ ਨਾਜ਼ਰੀਨ ਕਰਦੇ ਸਾਡਾ ਮੌਜੂ ਜਿਹੜਾ ਨਾ ਉਹ ਸੀ ਕਿ ਸ਼ੁਗਲ ਦਾ ਸ਼ੁਗਲ ਤੇ ਗੱਲ ਦੀ ਹਾਂਜੀ ਗੱਲ ਅਸੀਂ ਥੋੜੇ ਸ਼ੁਗਲ ਵੀ ਲਾਇਆ ਗੱਲ ਇਹ ਵੇ ਵੀ ਕੁਝ ਅਰਸਾ ਪਹਿਲੇ ਅੱਜ ਤੋਂ ਨਾ ਕੋਈ 8-10 ਸਾਲ ਪਹਿਲੇ ਦੀ ਗੱਲ ਹੈ ਮੇਰੇ ਇੱਕ ਦੋਸਤ ਨੇ ਤੇ ਉਹ ਪਖਤੂਨ ਨੇ ਪਿਸ਼ਾਵਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਮੇਰਾ ਦਿਲ ਕਰ ਰਿਹਾ ਕਿ ਮੈਂ ਤੇਰੇ ਸਾਥ ਖਾਣਾ ਖਾऊं ਮੈਂ ਉਹਨਾਂ ਦੇ ਘਰ ਚਲਾ ਗਿਆ ਬੜੇ ਪੋਸ਼ ਇਲਾਕੇ 'ਚ ਰਹਿੰਦੇ ਨੇ ਉਹ घर गया तो गल्लां गल्लां च मैं उन्होंने को पूछा बच्चों के बारे च उन्होंने कहा कि मैंने बेटी की शादी कर दी है वो इन्हें तक उन्होंने ना फोन आ गया बेटी वालों के जी तुसी मैनू मिलना से आओ तो उन्होंने दसिया भी तेरा चाचा भी आया वो असी उठे तो मेरी गड्डी च बैठ के मेरे नाल चले गए उत्थे यकीन करो तुसी कि बड़े पोश इलाके च खान साहब की कोठी ते अल्लाह दी दित्ती हर नेमत उन्होंने दे घर दे च मौजूद होवे ते जिसले मैं उन्होंने बेटी दे जिथे वो रहायश पजीर सी उस महल्ले च वड़िया ते कच्चे घर सारे बड़ी औखी गड्डी जेह्ड़ी ना उन्होंने दी गली तक गई अग्गे असीं पैदल उन्होंने घर गए ते कच्चा लिपाई वाला मिट्टी दी लिपाई वाला घर होवे उत्थे बेटी ते खैर वो बेटी नूं मिले उन्हें असन चाय वगैरह पिलाई वापस आने ना ते मैं उन्होंने पूछा मैं कहा खाना की कीते यार तू मतलब तीनों मगरों लाया अल्लाह दी कसम उन्हें एक बड़ी हिस्टोरिकल गल की थी ते मैं वो गल सुन के ना मैं अज तक गल पल्ले बधी वो कहता है कि तुसी पंजाबी लोग जड़े हो ना तुसी वेखदे हो डिग्री नूं दौलत नूं ते शोहरत नूं वेखदे हो असी इहो जिहा कम्म नहीं करदे असी वेखदे हैं कि मुंडे दे दो कंन है ने अखां है ने चल फिर सकदा है हत्थ है ने मेहनत कर सकदा है फिर असी ਉਹਦੇ रवैये ਨੂੰ ਵੇਖਦੇ ਹਾਂ ਕਿ ਜੀ क्या ਉਹ अच्छा आदमी ਉਹਦਾ ਕਰੈਕਟਰ ठीक है ਅਸੀਂ ਰਿਸ਼ਤਾ ਦੇ ਦਿੰਦੇ ਹਾਂ ਲੇਕਿਨ ਕਹਿੰਦਾ ਕਿ ਮੈਂ ਸਾਰੀਆਂ ਆਪਣੀਆਂ ਉਹਨਾਂ ਨੇ 3 ਬੇਟੀਆਂ ਦੀ ਸ਼ਾਦੀ ਕੀਤੀ ਸੀ ਉਹਨੇ ਕਿ मैं सारी बेटियां अपने ना इसी तरह दित्तियां ने और जैसे ही मैनू यकीन हो गया कि मेरे दामाद ਜਿਹੜੇ ਨੇ ਉਹ ਮੇਰੀ ਬੇਟੀ ਦੇ ਸਾਹ ਨਾਲ ਸਾਹ ਲੈਂਦੇ ਨੇ ਤੇ ਮੈਂ ਉਹਨਾਂ ਨੂੰ ਆਪਣੀ ਬੇਟੀਆਂ ਨੂੰ ਅਕੋਮੋਡੇਟ ਕੀਤਾ ਮੈਂ ਉਹਨਾਂ ਨੂੰ ਕਾਰੋਬਾਰ ਦਾਮਾਦਾਂ ਨੂੰ ਕਰਾਏ ਨੇ ਉਹ ਇਸ ਵੇਲੇ ਮੇਰੇ ਬਰਾਬਰ ਖੜੇ ਨੇ ਤੇ ਇਹ ਮੁੰਡਾ ਹਾਲੇ ਨਵੀਂ ਅਸੀਂ ਸ਼ਾਦੀ ਕੀਤੀ ਮੈਂ ਇਹਨੂੰ ਵੇਖ ਰਿਹਾ ਕਿ ਅਗਰ ਇਹ ਮੇਰੇ ਮਿਆਰ ਦੇ ਮੁਤਾਬਿਕ ਹੋਇਆ ਹੈ ਅੱਛਾ ਮਿਹਨਤੀ ਹੋਇਆ ਤੇ ਫਿਰ ਇਹ ਇੱਥੇ ਹੀ ਮੈਂ ਇਸੀ ਮਹੱਲੇ ਦੀ ਜਨ ਕੋਠੀ ਬਣਾ ਕੇ ਦੇਵਾਂਗਾ ਲੋਕਾਂ ਨੂੰ ਪਤਾ ਲੱਗੇਗਾ ਕਿ ਜੀ ਇਹ ਮੁੰਡਾ ਮਿਹਨਤੀ ਹੈ ਤੇ ਕੰਮ ਕਰਦਾ ਹੈ ਔਰ ਮੇਰੀ ਧੀ ਖੁਸ਼ ਰਹਿੰਦੀ ਹੈ ਲੇਕਿਨ ਮੇਰੀ ਧੀ ਵੀ ਇੱਕ ਵਾਰੀ ਗੁਰਬਤ ਵੇਖ ਲਵੇ ਕਿ ਗਰੀਬੀ ਕੀ ਹੁੰਦੀ ਹੈ ਤਾਂ ਕਿ ਉਹ ਕਿਸੇ ਵੇਲੇ ਵੀ ਆਪਣੇ ਆਪ ਵਿੱਚ ਤਕੱਬਰ ਨਾ ਕਰੇ ਇਹ ਹਕੀਕਤ ਹੈ ਹੋਣਾ ਤੇ ਇੰਝ ਹੀ ਚਾਹੀਦਾ ਲੇਕਿਨ ਅਸੀਂ ਆਪਣੀਆਂ ਧੀਆਂ ਗਾਲ ਛੱਡਦੇ ਹਾਂ ਆਪਣੀਆਂ ਧੀਆਂ ਅਸੀਂ ਬੁੱਢੀਆਂ ਕਰ ਦਿੰਦੇ ਹਾਂ ਸਿਰਫ ਇਸ ਇੰਤਜ਼ਾਰ ਵਿੱਚ ਕਿ ਪਹਿਲੇ ਤਾਂ ਹੁੰਦਾ ਕਿ ਪੜ੍ਹ ਲਿਖ ਜਾਣ ਫਿਰ ਕੁਝ ਮਾਵਾਂ ਜਿਹੜੀਆਂ ਨੇ ਉਹ ਬਿਲਕੁਲ ਗਲਤ ਕਹਿੰਦੀਆਂ ਨੇ ਕਿ ਜੀ ਇਹਨੂੰ ਅਸੀਂ ਪੜ੍ਹਾਇਆ ਇਹਨੂੰ ਅਸੀਂ MA ਕਰਾ ਦਿੱਤਾ ਤੇ ਉਹ ਕੁਝ ਦਿਨ ਤੇ ਅਸੀਂ ਕਮਾਈ ਖਾਈਏ ਇਹਨੂੰ ਕਿਸੇ ਟੀਚਰ ਲਵਾ ਦਈਏ ਤੇ ਫਿਰ ਜਦੋਂ ਟੀਚਰ ਲੱਗ ਜਾਂਦੀ ਉਹਨੂੰ ਸਕੇਲ ਕੋ 14-15 ਲੱਭ ਜਾਂਦਾ ਉਹ ਫਿਰ ਆਪਣੇ ਸਕੇਲ ਤੋਂ ਉੱਤੇ ਦਾ ਰਿਸ਼ਤਾ ਲੱਭਣ ਲੱਗ ਪੈਂਦੀ ਉਹ ਕਰਦਿਆਂ ਕਰਾਉਂਦਿਆਂ ਵਕਤ ਇਹ ਆਉਂਦਾ ਕਿ ਉਹਦੀ ਉਮਰ 35-40 ਸਾਲ ਹੋ ਜਾਂਦੀ ਹੈ ਰਿਸ਼ਤਾ ਲੱਭਦਾ ਕੋਈ ਨਹੀਂ ਤੇ ਬੈਠੀ ਰਹਿ ਜਾਂਦੀ ਤੇ ਕਈ ਧੀਆਂ ਜਿਹੜੀਆਂ ਸਾਡੀਆਂ ਸਿਰਫ ਸਾਡੀ ਦੁਨਿਆਵੀ ਜਿਹੜੇ ਲਾਲਚ ਨੇ ਜਹੇਜ਼ ਤੇ ਦੀਗਰ ਜਿਹੜੀ ਲਵਾਜ਼ਮਾਤ ਨੇ ਉਹਨਾਂ ਦੀ ਵਜ੍ਹਾ ਤੋਂ ਉਹ ਕੁंवारियां ਰਹਿ ਜਾਂਦੀਆਂ ਨੇ ਜ਼ਰੂਰਤ ਇਸ ਚੀਜ਼ ਦੀ ਹੈ ਕਿ ਅਸੀਂ ਇਹਨਾਂ ਸਾਰੀਆਂ ਰਸਮਾਂ ਨੂੰ ਛੋੜ ਕੇ ਇੱਕ ਇਨਸਾਨ ਹੋ ਕੇ ਸੋਚੀਏ ਤੇ ਇਨਸ਼ਾਅੱਲਾ ਇਹ ਸਾਡੇ ਮੁਲਕ 'ਚ ਜਿਹੜਾ ਨਾ ਘਰ ਆਬਾਦਕਾਰੀ ਦਾ ਜਿਹੜਾ ਰੇਸ਼ੋ ਹੈ ਉਹ ਵੱਧ ਜਾਏਗੀ ਇਹ ਜਿਹੜੀਆਂ ਬੱਚੀਆਂ ਬੈਠੀਆਂ ਨੇ ਜਾਂ ਜਿਹੜੇ ਬੱਚੇ ਇਹ ਖਸੂਸੀ ਤੌਰ 'ਤੇ ਇਹ ਬੱਚੀਆਂ ਨਹੀਂ ਬੱਚੇ ਵੀ ਕਈ ਐਸੀ ਵਜ੍ਹਾ ਤੋਂ ਬੈਠੇ ਨੇ ਜਿਨ੍ਹਾਂ ਦੀ ਸ਼ਾਦੀਆਂ ਨਹੀਂ ਹੋਈਆਂ ਕਿ ਉਹਨਾਂ ਕੋਲ ਘਰ ਆਪਣਾ ਕੋਈ ਨਹੀਂ ਹੈ ਜਾਂ ਉਹਨਾਂ ਦੇ ਕੋਲ ਕੋਈ ਨੌਕਰੀ ਟੱਲੀ ਨਹੀਂ ਹੈ ਤੇ ਇਹਨਾਂ ਚੀਜ਼ਾਂ ਨੂੰ ਛੋੜ ਕੇ ਇਨਸਾਨ ਲੱਭੋ ਇਨਸਾਨੀਅਤ ਲੱਭੋ ਤੇ ਫਿਰ ਅੱਲਾਹ ਤਾਲਾ ਜੁਗਾੜ ਵੀ ਲਾ ਦਿੰਦਾ ਅੱਲਾਹ ਭਲਾ ਕਰੇ ਤੁਹਾਡਾ ਤੁਸੀਂ ਵੀ ਸੋਚਿਓ ਮੈਂ ਵੀ ਸੋਚਾਂਗਾ ਦੋਨੋਂ ਮੇਰੇ ਮਹਿਮਾਨਾਂ ਦਾ ਸ਼ੁਕਰੀਆ ਸ਼ਾਹ ਸਾਹਿਬ ਤੁਹਾਡਾ ਵੀ ਰਾਣਾ ਸਾਹਿਬ ਤੁਹਾਡਾ ਵੀ ਤੁਸੀਂ ਟਾਈਮ ਕੱਢਿਆ ਤੇ ਅਸੀਂ ਸ਼ੁਗਲ ਵੀ ਥੋੜ੍ਹਾ ਜਿਹਾ ਲਾਇਆ ਤੇ ਆਵਾਮ ਨਾਲ ਅਸੀਂ ਗੱਲ ਕੀਤੀ ਇੱਕ ਜ਼ਿਕਰ ਕੀਤਾ ਕਿ ਤੁਸੀਂ ਕੋਸ਼ਿਸ਼ ਕਰੋ ਅਸੀਂ ਬੈਸੀਅਤ ਮਾਸ਼ਾ ਸਾਰੇ ਕੋਸ਼ਿਸ਼ ਕਰੀਏ ਤੇ ਸਾਡੇ ਮਸਾਇਲ ਖਤਮ ਹੋ ਸਕਦੇ ਫੀ ਅਮਾਨ ਅੱਲਾਹ